जलंधर के देवनगर के रहने वाले पंजाबी गायक लैम्बर हुसैनपुरी पर उसकी पत्नी, बच्चों और साली ने मारपीट करने का आरोप लगाया है। सोमवार को गायक के घर के बाहर करीब 2 घंटे तक हंगामा होता रहा। घायलों को सिविल अस्पताल में दाखिल करवाया गया है। वहीं लैम्बर हुसैनपुरी ने आरोपों को निराधार बताया है और कहा है कि उनकी साली की बातों में आकर पत्नी अक्सर विवाद करती है। इस दौरान लैम्बर के परिजन बेहोश भी हो गए, जिनको लोगों ने संभाला। पुलिस को दी शिकायत में लैम्बर हुसैनपुरी की साली रजनी ने जानकारी दी कि उनका घर भी लैम्बर के सामने है। उन्होंने बताया कि घर पर किराएदार रखने थे, जिसके लिए कुछ लोगों को बुलाया गया था। सोमवार शाम को किराएदार घर देखने के लिए आए तो लैम्बर ने उन पर आरोप लगा दिया कि वह गलत आदमी के घर आ गए हैं। उन्होंने आरोप लगाया कि लैम्बर अपने साथियों को लेकर आया और पिस्तौल व हथियार लहराए व सभी को बुरी तरीके से पीटा। आरोप था कि लैम्बर ने अपनी पत्नी, साली, बच्चों और दूसरे शहर से इलाज करवाने के लिए आई दूसरी साली को भी पीट डाला। आरोप बेबुनियाद बताते हुए लैम्बर हुसैनपुरी ने जानकारी दी कि वह सभी आरोपों को सिरे से नकारते हैं। उन्होंने कहा कि 3 सालियां उसकी है। उसकी पत्नी अपनी छोटी बहन की बातों में आकर विवाद करने लगती है। सोमवार को परिवार वालों ने कुछ लोगों को घर बुलाया था, जिसके कारण यह पूरा फसाद खड़ा हुआ। उन्होंने कहा कि उनकी साली ने उन पर हाथ भी उठा दिए और कपड़े भी फाड़ दिए। पूरा मामला थाना भार्गव कैंप के प्रभारी भगवंत सिंह बुल्लर के शिकायत के अंडर है और घरेलू विवाद के चलते दोनों पक्षों में एमएलआर के साथ लाकर ही बयान देने को कहा गया है। वहीं बयानों के आधार पर ही कार्रवाई की जाएगी। देखिए जलंधर से सुखविंदर बग्गा की एक क्राइम रिपोर्ट। ਤੇ ਕੀ ਫੋਨ ਆਇਆ ਸੀ ਤੁਹਾਨੂੰ? ਲੜਾਈ ਝਗੜੇ ਦੇ ਲੈਂਬਰ ਹੁਸੈਨਪੁਰੀ ਦੇ ਸਿੱਧੇ ਐਲੀਗੇਸ਼ਨ ਹੈ, ਤੁਸੀਂ ਦੇਖ ਰਹੇ ਹੋ ਬੱਚੇ ਜਿਹੜੇ ਆ ਉਹਨਾਂ ਦਾ ਬੁਰਾ ਹਾਲ ਕੀਤਾ ਰੋ ਰੋ ਕੇ ਔਰ ਸੱਟਾਂ ਵੀ ਲੱਗੀਆਂ ਹੋਈਆਂ। ਕਿਆ ਲੱਗਦਾ ਆਪਾਂ ਨੂੰ ਕਿ ਸਹੀ ਹੱਥੋਂਬਾਜ਼ੀ ਹੋਈ ਹੈ? ਇਹ ਤਾਂ ਹੁਣ ਬਾਅਦ ਚ ਇਨਵੈਸਟੀਗੇਸ਼ਨ 'ਚ ਪਤਾ ਲੱਗੇਗਾ ਕਿਹਦੀ ਗਲਤੀ ਕਿਹਦੀ ਨਹੀਂ। ਠੀਕ ਹੈ ਐਸਐਚਓ ਮੌਕੇ ਤੇ ਆਏ ਆ ਜੀ। ਤੇ ਤੁਹਾਨੂੰ ਆ ਕੇ ਕੀ ਲੱਗਾ, ਤੁਹਾਨੂੰ ਇੱਥੇ ਆ ਕੇ? ਹਾਂ ਤੇ ਇਹੋ ਹੀ ਲੜਾਈ ਝਗੜਾ ਹੋਇਆ ਹਥਿਆਰਾਂ ਦੀ ਵੀ ਗੱਲ ਕੀਤੀ ਕਿ ਹਥਿਆਰ ਵੀ ਕੱਢੇ ਗਏ ਸੀ, ਉਹਨਾਂ ਬਾਰੇ ਵੈਰੀਫਿਕੇਸ਼ਨ ਹੋਈ, ਵੈਰੀਫਾਈ ਹੋਇਆ ਹਥਿਆਰ ਸਾਡੇ ਸਾਹਮਣੇ ਕੋਈ ਹਥਿਆਰ ਨਹੀਂ, ਕੋਈ ਕੁਛ ਨਹੀਂ। ਠੀਕ ਹੈ ਜੀ, ਸਾਡੇ ਸਾਹਮਣੇ ਜਦੋਂ ਅਸੀਂ ਆਏ ਆ ਕਿਸੇ ਦੇ ਹੱਥ 'ਚ ਕੋਈ ਹਥਿਆਰ ਨਹੀਂ। ਠੀਕ ਹੈ ਜੀ। ਤੁਹਾਨੂੰ ਦੱਸਿਏ ਕਿ ਮੌਕੇ ਤੇ ਨਹੀਂ ਪਹਿਲੀ ਵਾਰ ਚਾਂਸ ਇਦਾਂ ਦਾ ਕਿ ਹਰ ਵਾਰੀ ਤੁਹਾਡੇ 14-15 ਸਾਲ ਹੋ ਗਏ ਕੁੜੀ ਨੂੰ ਵਿਆਹੀ ਨੂੰ, ਸ਼ੁਰੂ ਤੋਂ ਮਾਰਦਾ। ਕੀ ਵਜ੍ਹਾ ਕੀ ਹੈ, ਕਿਉਂ ਮਾਰਦਾ ਜੀ ਤੁਹਾਨੂੰ? ਬਸ ਸ਼ੱਕੀ ਵਹਿਮੀ ਸ਼ੱਕ ਕਰਦਾ, ਹਮੇਸ਼ਾ ਬੱਚਿਆਂ ਨੂੰ ਨਹੀਂ ਬਾਹਰ ਜਾਣ ਦਿੰਦਾ, ਕਿਤੇ ਨਹੀਂ ਸ਼ੱਕ ਕਰਦਾ। ਸ਼ੱਕੀ ਹੈ, ਸ਼ਰਾਬ ਪੀ ਕੇ ਕੁੱਟਦਾ, ਮਾਰਦਾ, ਪਿਸਤੌਲ ਚੱਕ ਲੈਂਦਾ। ਹੁਣ ਵੀ ਮੈਨੂੰ ਮਾਰਨ ਲਈ ਲੱਭਦਾ ਸੀ ਪਿਸਤੌਲ। ਫਟਾਫਟ ਡੰਡੇ ਮੇਰੇ ਹੱਥ ਦੇਖੋ ਤੁਸੀਂ, ਆ ਦੇ ਇੱਥੇ ਦੇਖੋ ਮੇਰੇ ਕਿੰਨੇ ਡੰਡੇ ਮਾਰੇ। ਮੇਰੇ ਇੱਥੇ ਮਾਰਿਆ, ਮੇਰੇ ਇੱਥੇ ਕੁਰਸੀਆਂ ਨਾ ਮੇਰੇ ਮਹੱਲੇ ਵਾਲੇ ਨੇ ਕਿਸੇ ਨੇ ਬਚਾਇਆ ਤੁਹਾਨੂੰ? ਕੋਈ ਅੰਦਰ ਭਾਜੀ ਹੈ ਨਹੀਂ ਸੀ। ਮੈਂ ਸੀ, ਮੇਰੀ ਭੈਣ ਸੀ, ਤਾਂ ਮੇਰੀ ਉਹ ਭਾਂਜੀ। ਤੁਹਾਡੇ ਕੀ ਲੱਗਦੇ ਨੇ ਉਹ? ਮੇਰਾ ਜੀਜਾ ਲੱਗਦਾ। ਵਾਈਫ ਨੂੰ ਵੀ ਕੁੱਟਦੇ ਵਗੈਰਾ? ਵਾਈਫ ਨੂੰ ਬਹੁਤ ਕੁੱਟਦੇ। ਹੁਣ ਉਹਨੇ ਮਰ ਜਾਣਾ ਸੀ, ਉਹਨੂੰ ਮੈਂ ਬਚਾਉਂਦੀ ਸੀ। ਮੈਂ ਕਿਹਾ ਇਹਦੇ ਨਾ ਮਾਰੋ, ਉਹਨੂੰ ਸ਼ੂਗਰ ਹੈ, ਉਹ ਜ਼ਿਆਦਾ ਬਿਮਾਰ ਰਹਿੰਦੀ। ਮੈਂ ਕਿਹਾ ਇਹਨੂੰ ਨਾ ਮਾਰੋ। ਕਹਿੰਦਾ ਤੂੰ ਕੌਣ ਹੁੰਦੀ ਮੇਰੇ ਮੂਹਰੇ ਬੋਲਣ ਵਾਲੀ? ਕਿੰਨੇ ਨਿਆਣੇ ਨੇ ਉਹਨਾਂ ਦੇ? ਉਹਨਾਂ ਦੇ 3 ਨਿਆਣੇ ਆ। 3 ਬੱਚੇ। ਬੱਚਿਆਂ ਦੇ ਡਰਦੇ ਪਿਸ਼ਾਬ ਨਿਕਲ ਗਿਆ, ਕੁੜੀ ਦੇ ਕੋਈ ਬਦਲਾਇਆ 14 ਸਾਲ ਦਾ ਬੱਚਾ। ਪੁਲਿਸ ਨੂੰ ਲੀਡ ਕੀਤੀ, ਪੁਲਿਸ ਵੀ ਆਈ, ਸਾਰੇ ਆਏ ਹੋਏ। ਕੀ ਗੱਲ ਹੋਈ ਸੀ ਅੱਜ? ਮੇਰਾ ਨਾਮ ਭਾਜੀ ਰਜਨੀ ਅਰੋੜਾ। ਲੈਂਬਰ ਹੁਸੈਨਪੁਰੀ ਸਾਡਾ ਜੀਜਾ ਲੱਗਦਾ। ਅਤਿਆਚਾਰ ਸਾਡੇ ਤੇ ਬਹੁਤ ਜ਼ਿਆਦਾ ਕਰਦਾ, ਸ਼ੁਰੂ ਤੋਂ ਲੈ ਕੇ ਉਹਦਾ ਇਹੀ ਕੰਮ ਆ। ਜਦ ਦਾ ਵਿਆਹ ਹੋਇਆ ਉਹਦਾ ਇਹੀ ਕੰਮ ਆ, ਮਾਰ ਕਟਾ, ਸ਼ੱਕ, ਵਹਿਮ। ਕੁੜੀ ਮੇਰੀ ਭੈਣ 14 ਸਾਲ ਵਿਆਹ ਨੂੰ ਹੋ ਗਏ। ਲੈਂਬਰ ਦੀ ਕੋਟੀ ਜੋਤ ਜਗਾਨ ਨਹੀਂ ਭਾਜੀ ਜਾ ਸਕਦੀ। ਬਾਥਰੂਮਾਂ 'ਚ ਬੰਦੇ ਨੇ ਕੈਮਰੇ ਲਵਾਏ ਹੋਏ, ਬੈੱਡ ਤੇ ਕੈਮਰੇ ਲਵਾਏ ਭਾਜੀ। ਬੱਚੇ ਸੌਂਦੇ, ਸ਼ਰਮ ਕਰਦੇ ਬੱਚੇ। ਮੇਰੇ ਪਾਪਾ ਨੇ ਸਾਡੇ ਸਾਹਮਣੇ ਕੈਮਰੇ ਲਵਾਏ ਹੋਏ। ਇਹ ਬੰਦੇ ਨੇ ਸਾਡਾ ਇੰਨਾ ਬੁਰਾ ਹਾਲ ਕੀਤਾ। ਸਾਡੀ ਮਾਂ ਵੀ ਮਰ ਗਈ, ਪਿਓ ਵੀ ਮਰ ਗਿਆ ਭਾਜੀ ਇਹਦੇ ਦੁੱਖਾਂ ਨਾਲ। ਹਰ ਕਿਸੇ ਨੂੰ ਮਾਰਦਾ, ਅੱਜ ਕੀ ਗੱਲ ਹੋਈ ਸੀ? ਹਰ ਕਿਸੇ ਨੂੰ ਮਾਰਦਾ। ਅੱਜ ਭਾਜੀ ਇਹ ਹੋਇਆ, ਅੱਜ ਇਹ ਬੰਦੇ ਨੇ ਲੈਂਬਰ ਦੀ ਕੁੜੀ ਮੈਨੂੰ ਫੋਨ ਕੀਤਾ, ਮਾਸੀ ਮੈਂ ਡੋਨਟ ਬਣਾਏ, ਇੱਧਰ ਆ ਜਾਓ। ਮੈਂ ਦੂਜੀ ਗਲੀ 'ਚ ਰਹਿੰਦੀ ਹਾਂ, ਮੇਰੀ ਵੀ ਛੋਟੀ ਬੇਟੀ 5 ਸਾਲ ਦੀ। ਮੈਂ ਉਸੇ ਵੇਲੇ ਘਰ ਆਈ ਹਾਂ ਤਾਂ ਮੇਰੀ ਛੋਟੀ ਭੈਣ ਆਈ ਹੈ, ਉਹਨੂੰ ਟਾਈਫਾਇਡ ਹੋਇਆ। 1.5 ਮਹੀਨਾ ਹੋ ਗਿਆ ਇੱਥੇ ਆਈ ਛੋਟੀ ਭੈਣ ਨੂੰ। ਅਸੀਂ 3 ਭੈਣਾਂ ਇਕੱਠੀਆਂ ਸੀ, ਜਦੋਂ ਖੋਜਦੀਆਂ ਇਕੱਠੀਆਂ, ਬਹੁਤ ਜੈਲਸ ਕਰਦਾ। ਇਕੱਠੀਆਂ ਬੈਠੀਆਂ ਸੀ, ਕਹਿੰਦਾ ਫੋਨ ਕੀਤਾ।
ਫੋਨ ਕੀਤਾ ਸਾਨੂੰ ਨਹੀਂ ਕੋਈ, ਬੱਚਿਆਂ ਨੇ ਪਹਿਲਾਂ ਹਾਸਾ ਮਜ਼ਾਕ ਕੇ ਗੱਲ ਕੀਤੀ। ਉਸ ਤੋਂ ਬਾਅਦ ਭਾਜੀ ਇਹਨਾਂ ਦੀ ਸਾਹਮਣੇ ਆਮਣੇ ਸਾਹਮਣੇ 2 ਕੋਠੀਆਂ, ਜਿੱਥੇ ਇਹ ਰਹਿੰਦੇ ਉਹਦੇ ਸਾਹਮਣੇ 1 ਕੋਠੀ ਹੈ, ਸਾਹਮਣੇ ਕੋਠੀ, ਉੱਥੇ ਭਾਜੀ ਕੋਈ ਕਿਰਾਏਦਾਰ ਆ ਗਿਆ, ਕੋਠੀ ਹੈਗੀ ਖਾਲੀ। ਇਹਨੇ ਸਭ ਨੂੰ ਕਿਹਾ ਹੋਇਆ ਵੀ ਕਿਰਾਏ ਤੇ ਚੜਾਓ, ਸਭ ਨੂੰ ਇਹਨੇ ਕਿਹਾ ਹੋਇਆ। ਕੋਈ ਬੰਦਾ ਵਾ ਉੱਥੇ ਪ੍ਰੋਪਰਟੀ ਡੀਲਰ ਸਾਡੀ ਗਲੀ 'ਚ, ਇਹਨੇ ਉਹਨੂੰ ਵੀ ਕਿਹਾ ਹੋਇਆ। ਉਹ ਬੰਦੇ ਨੇ ਘਰੇ ਭੇਜ ਦਿੱਤੇ, ਉਹ ਬੰਦੇ ਕਿਰਾਏਦਾਰ ਉਹ ਆਏ ਤੇ ਮੈਂ ਵੀ ਉੱਥੇ ਹੀ ਸੀ। ਮੈਂ ਕਿਹਾ ਵੀ ਮੇਰੀ ਭੈਣ ਕਹਿੰਦੀ ਆ ਵੀ ਕੋਈ ਆਇਆ ਹੋਇਆ ਵਾ, ਇਹ ਕੌਣ? ਅਸੀਂ ਨਾ ਖਿੜਕੀ ਖੁੱਲੀ ਸੀ, ਹਵਾ ਚੱਲਦੀ ਸੀ। ਮੈਂ ਭੈਣ ਨੂੰ ਕਿਹਾ, ਮੈਂ ਕਿਹਾ ਬੰਦ ਕਰ ਦੇ, ਰਾਤ ਨੂੰ ਸ਼ਰਾਬ ਪੀ ਕੇ ਫੇਰ ਤੁਹਾਡੇ ਦੁਆਲੇ ਆਊਗਾ। ਉਹ ਬੰਦ ਹੀ ਕਰਨ ਗਈ ਆ ਤੇ ਇੰਨੇ ਨੂੰ ਉਹ ਬੰਦੇ ਆ ਗਏ ਜਿਨ੍ਹਾਂ ਨੇ ਕਿਰਾਏ ਤੇ ਲੈਣੇ ਸੀ ਮਕਾਨ। ਉਹ ਆਏ ਕਿਰਾਇਆ ਪੁੱਛਣ ਲੱਗ ਪਏ। ਇਹ ਕਹਿੰਦੀ ਮੈਂ ਆਪਣੀ ਭੈਣ ਨੂੰ ਪੁੱਛਿਆ ਮੈਂ ਕਿ ਕੌਣ? ਕਹਿੰਦੀ ਤੇਰੇ ਜੀਜੇ ਨੇ ਭੇਜੇ ਹੋਣੇ ਬੰਦੇ। ਇੰਨੀ ਗੱਲ ਹੋਈ ਹੈ ਤੇ ਕਹਿੰਦੇ ਉਹ ਪੁੱਛਣ ਲੱਗ ਪਏ ਕਿਰਾਇਆ ਦੱਸੋ ਸਾਨੂੰ, ਅਸੀਂ ਤੁਹਾਨੂੰ ਬੰਦੇ ਵੀ ਦਿਖਾ ਦੇਵਾਂਗੇ। ਉਹ ਪੁੱਛਣ ਲੱਗ ਪਏ ਸਾਨੂੰ ਕਿਰਾਇਆ ਦੱਸੋ। ਇੰਨੀ ਗੱਲ ਹੋਈ, ਕਿਰਾਇਆ ਉਹਨਾਂ ਨੂੰ ਦੱਸਿਆ। ਅਸੀਂ ਅੰਦਰ ਆਏ ਹਾਂ, ਅਸੀਂ ਵਿਹੜੇ 'ਚ ਬੈਠੀਆਂ, ਨਿਆਣੇ ਥਰ ਕੰਬਣ, ਜਦੋਂ ਇਹਦਾ ਫੋਨ ਆ ਜਾਂਦਾ ਥਰ ਕੰਬਦੇ ਆ। ਬੱਚਿਆਂ ਨੇ ਪਿਸ਼ਾਬ ਵੀ ਪਿੱਛੇ ਕੁੜੀ ਨੇ ਕਰ ਦਿੱਤਾ। ਫੋਨ ਆਇਆ, ਕੁੜੀ ਨੂੰ ਕਹਿੰਦਾ, ਕੁੜੀ ਨੇ ਇੱਦਾਂ ਫੋਨ ਲਾਇਆ ਹੋਇਆ ਕੰਨ ਨੂੰ, ਕੁੜੀ ਨੂੰ ਕਹਿੰਦਾ ਅੱਜ ਬੰਦੇ ਦੀਆਂ ਧੀਆਂ ਨੇ, ਕਹਿੰਦਾ ਇੱਥੇ ਰਹੀਓ, ਕਹਿੰਦਾ ਆਪਣੀ ਮਾਸੀਆਂ ਨੂੰ ਇੱਥੇ ਰੱਖ। ਕੁੜੀ ਨੂੰ ਕਹਿੰਦਾ, ਕੁੜੀ ਨੇ ਨਾਲ ਹੀ ਭਾਜੀ ਪਿਸ਼ਾਬ ਪਜਾਮੇ 'ਚ ਕੀਤਾ, ਕੰਬਣ ਲੱਗ ਪਈ, ਉਹਦਾ ਅਸੀਂ ਪਜਾਮਾ ਚੇਂਜ ਕੀਤਾ। ਆਇਆ ਭਾਜੀ, ਮੈਨੂੰ ਨਹੀਂ ਪਤਾ, ਛੋਟੇ ਬੱਚੇ, ਮੇਰੀ ਬੇਟੀ ਛੋਟੀ 5 ਸਾਲਾਂ ਦੀ, ਬੱਚੇ ਸਾਰੇ ਲੈਂਬਰ ਦੇ ਵੀ ਖੇਡ ਰਹੀ, ਕੁੜੀ ਵੱਡੀ ਬਸ ਅੰਦਰ ਸੀਗੀ, ਕੁੜੀ ਇਹਦੀ ਇੱਕ ਅੰਦਰ ਸੀਗੀ। ਉਹਨਾਂ ਨੂੰ ਡੰਡੇ ਨਾ ਭਾਜੀ, ਚੱਪਲਾਂ ਨਾ, ਇਹਨੇ ਕੁਰਸੀ ਚੱਕ ਲਈ, ਘਰ 'ਚ ਕੈਮਰੇ ਲੱਗੇ ਆ ਭਾਜੀ, ਹਰ ਥਾਂ ਇਹ ਬੰਦੇ ਨੇ ਕੈਮਰਾ ਲਾਇਆ। ਅੱਜ ਹੀ ਕੁੱਟਮਾਰ ਕੀਤੀ? ਅੱਜ ਹੀ ਪਹਿਲਾਂ ਸ਼ੁਰੂ ਤੋਂ ਕਰਦਾ ਭਾਜੀ, ਜਦ ਦੀ ਕੁੜੀ ਵਿਆਹੀ। ਕਿਉਂ ਕਰਦਾ, ਕਿਉਂ ਕੁੱਟਮਾਰ ਕਿਉਂ ਕਰਦਾ? ਭਾਜੀ ਸ਼ੱਕ ਕਰਦਾ, ਵਹਿਮ ਕਰਦਾ, ਯਾਰ ਬਣਾਉਂਦਾ, ਕਹਿੰਦਾ ਤੁਸੀਂ ਗਸਤੀਆਂ ਵਾ, ਕੋਈ ਸਾਡਾ ਦੇਖੇ ਤਾਂ ਸਹੀ ਅਸੀਂ ਕਿੱਥੋਂ ਗਸਤੀਆਂ ਭਾਜੀ। ਆਪਣੇ ਗਰੀਬਾਂ ਦੀਆਂ ਕੁੜੀਆਂ ਗਸਤੀਆਂ ਹੁੰਦੀਆਂ, ਸਾਰੇ ਗਰੀਬਾਂ ਦੀਆਂ ਕੁੜੀਆਂ ਗਸਤੀਆਂ ਨਹੀਂ ਹੁੰਦੀਆਂ ਭਾਜੀ, ਆਪਣੀਆਂ ਮਜਬੂਰੀਆਂ ਹੁੰਦੀਆਂ। ਕੋਈ ਇਹ ਸਾਡੀ ਮਜਬੂਰੀ ਦਾ ਫਾਇਦਾ ਚੱਕਰ ਵੀ ਇਹਦਾ ਕੋਈ ਹੈ ਨਹੀਂ। ਤੁਸੀਂ ਅੱਜ ਹੀ ਕਦਮ ਚੱਕਿਆ ਪੁਲਿਸ ਦਾ? ਅੱਜ ਚੱਕਿਆ ਭਾਜੀ, ਮਾਰਦਾ ਸੀ। ਅੱਗੇ ਕਿਉਂ ਨਹੀਂ ਚੱਕਿਆ? ਕਿੰਨੇ ਸਾਲ ਹੋ ਗਏ ਤਾਂ? ਕਰ ਜਾਂਦੀ ਸੀ ਭੈਣ ਮੇਰੀ, ਚੁੱਪ ਕਰ ਜਾਂਦੀ ਸੀ ਵੀ ਮੇਰੇ ਬੱਚੇ ਛੋਟੇ ਆ, ਮੈਂ ਇਹਨਾਂ ਨੂੰ ਪਾਲਣਾ, ਮੈਂ ਪਾਲਣਾ, ਸਾਨੂੰ ਰੋਟੀ ਦਿੰਦਾ। ਸ਼ੂਗਰ ਦੀ ਮਰੀਜ਼ ਆ ਭਾਜੀ, ਬੜੀਆਂ ਹੀ ਬਿਮਾਰੀਆਂ ਲੱਗ ਗਈਆਂ, 12 ਉਹਦੀ ਸ਼ੂਗਰ ਰਹਿ ਜਾਂਦੀ, ਚੱਕਰ ਖਾ ਕੇ ਡਿੱਗ ਜਾਂਦੀ, ਰਿਪੋਰਟਾਂ ਉਹ ਸਭ ਕੁਝ ਪਿਆ ਭਾਜੀ, ਸਭ ਕੁਝ ਪਿਆ। ਅੱਜ ਅਸੀਂ ਐਂਡ ਤੇ ਜਦੋਂ ਮੈਂ ਅੰਦਰ ਗਈ ਹਾਂ, ਬੱਚੇ ਖੇਡਦੇ ਸੀ, ਮੈਂ ਕਿਹਾ ਆਵਾਜ਼ਾਂ ਆਉਂਦੀਆਂ, ਰੌਲਾ ਪੈਂਦਾ, ਮੈਂ ਅੰਦਰ ਗਈ, ਕੁੜੀ ਭੈਣ ਛੋਟੀ ਸਪਨਾ ਮੋਗੇ ਤੋਂ ਆਈ ਹੈ, ਉਹਦੇ ਭਾਜੀ ਡੰਡਿਆਂ ਨਾਲ ਕਮਰੋੜ ਪਾਏ ਹੋਏ, ਮਾਰ ਕੇ, ਉਹਨੂੰ ਕੋਈ ਸੁਰਤ ਨਹੀਂ। ਮੈਂ ਅੰਦਰ ਗਈ ਹਾਂ, ਭੈਣਾਂ ਨੂੰ ਛਡਾਇਆ ਆਪਣੀਆਂ ਨੂੰ, ਤੇ ਮੇਰੇ ਪੈਣ ਲਗਾ, ਕਹਿੰਦਾ ਮਾਦਰ ਤੂੰ ਗੰਦੀਆਂ ਗਾਲਾਂ ਕੱਢਦਾ। ਮੇਰੇ ਵੱਲ ਆਇਆ ਸ਼ੇਰ ਬਣ ਕੇ, ਸਾਰੀ ਉਮਰ ਸਾਨੂੰ ਕੁੱਟਦਾ ਆ ਗਿਆ, ਮੇਰਾ ਘਰ ਵਾਲਾ ਮੇਰੇ ਕੋਲ, ਸਾਰੀ ਉਮਰ ਇਹਨੂੰ ਸਾਰੀ ਹਿਸਟਰੀ ਪਤਾ ਭਾਜੀ। ਸਿਰਾ ਦਾ ਗੰਦਾ, ਸਾਨੂੰ ਵੀ ਕਹਿੰਦਾ ਸਾਡੇ ਨਾਲ ਯਾਰੀ ਪਾ, ਸਾਨੂੰ ਵੀ ਕਹਿੰਦਾ ਵਾ। ਸਿਸਟਰ ਨੂੰ ਅੱਜ ਕੁੱਟਿਆ, ਉਹ ਕਿਸ ਗੱਲ ਹੋ ਗਿਆ? ਇਸ ਗੱਲ ਤੇ ਭਾਜੀ ਕਿਰਾਏਦਾਰ ਕਹਿੰਦਾ ਸੀ, ਮੇਰੀ ਭੈਣ ਵੱਡੀ ਰੋਜੀ, ਮੈਂ ਰਜਨੀ, ਕਹਿੰਦਾ ਸੀ ਤੁਸੀਂ ਦੋਨੇ ਭੈਣਾਂ ਮਿਲੀਆਂ ਹੋਈਆਂ, ਤੁਹਾਡੀ ਸਾਂਝ ਆ। ਉਹ ਜਿਹੜਾ ਆਇਆ ਕਿਰਾਏਦਾਰ ਉਹ ਤੁਹਾਡਾ ਯਾਰ ਆ, ਕਹਿੰਦਾ ਤੁਸੀਂ ਉਹਨੂੰ ਰੱਖਣਾ ਵਾ ਤੇ ਤੁਹਾਡਾ ਉਹ ਯਾਰ ਬੇਲੀ ਆ। ਇਹ ਗੱਲਾਂ ਕਰਦਾ। ਕਿੰਨਾ ਚਿਰ ਹੋ ਗਿਆ ਵਿਆਹ ਨੂੰ? ਵਿਆਹ ਨੂੰ ਭਾਜੀ 14 ਸਾਲ ਹੋ ਗਏ। ਕਿੰਨੇ ਬੱਚੇ ਨੇ ਇਹਨਾਂ ਦੇ? 2 ਮੁੰਡੇ ਆ, 1 ਕੁੜੀ ਆ। ਬੱਚਿਆਂ ਕੋ ਮੈਂ ਕਹਿੰਦੀ ਇਹਦੀ ਹਿਸਟਰੀ ਪੁੱਛ ਲਓ, ਤੁਹਾਨੂੰ ਕੱਲੀ ਗੱਲ ਦੱਸਣਗੇ ਭਾਜੀ। ਬੱਚੇ ਕਹਿੰਦੇ ਅਸੀਂ ਰਹਿਣਾ ਹੀ ਨਹੀਂ ਇੱਥੇ। ਅੱਜ ਕੁੱਟਮਾਰ ਤੋਂ ਬਾਅਦ ਪੁਲਿਸ ਕੰਪਲੇਂਟ ਲਿਖਾਈ ਤੁਸੀਂ? ਹਾਂਜੀ ਭਾਜੀ, ਪੁਲਿਸ ਕੰਪਲੇਂਟ ਕਰਾਈ, ਆਏ ਆ ਸਾਰੇ, ਪੁਲਿਸ ਆਏ ਆ, ਮੀਡੀਆ ਬੁਲਾਈ, ਸਭ ਕੁਝ ਕੀਤਾ, ਤੁਹਾਡੇ ਸਾਹਮਣੇ ਹੀ ਆ ਮੇਰਾ ਵੀਰ, ਸਭ ਕੁਝ ਹੋਇਆ। ਉਹਦੇ ਸਿਰ ਤੇ ਉਹਨੂੰ ਕੋਈ ਸੁਰਤ ਨਹੀਂ ਹੈਗੀ ਕੁੜੀ ਨੂੰ। ਤੇ ਅੱਜ ਭਾਜੀ ਜੋ ਵੀ ਆ ਸਾਡਾ ਨਿਪਟਾ ਕਰੋ। ਕੀ ਮੰਗ ਕਰਦੇ ਤੁਸੀਂ? ਮੰਗ ਭਰਾਵਾ ਇਹੀ ਕਰਦੇ, ਨਿਪਟਾ ਕਰ ਦਿਓ, ਸਾਡਾ ਨਿਪਟਾ ਕਰ ਦਿਓ। ਇਹ ਬੰਦੇ ਨੂੰ ਇੱਕ ਵਾਰੀ ਅਕਲ ਆ ਜਾਵੇ, ਗਰੀਬਾਂ ਦਾ ਵੀ ਕੋਈ ਹੁੰਦਾ ਮੇਰਾ ਵੀਰ, 24 ਘੰਟੇ ਪੈਸੇ ਦੇ ਕੇ ਅੰਦਰ ਸਾਰੇ ਗੱਦੀ ਕੰਮ ਕਰਾ ਲੈਂਦਾ। ਬਹੁਤ ਥਾਣੇ ਕਚਹਿਰੀਆਂ 'ਚ ਪਹਿਲਾਂ ਵੀ ਸਾਡੀਆਂ ਇਹਨੇ ਫੋਟੋ ਖਿਚਾਈਆਂ, ਗਰੀਬ ਸੀ ਨਾ ਭਾਜੀ, ਮਾਂ ਪਿਓ ਨੂੰ ਬਾਹਰ ਬਿਠਾ ਦਿੰਦਾ ਸੀ, ਸਾਨੂੰ ਸਾਰੀ ਰਾਤ ਬਾਹਰ ਬਿਠਾ ਦਿੰਦਾ। ਆ ਜਾਓ ਜੀ ਤੁਹਾਡੀ ਕੁੜੀ ਦਾ ਫੈਸਲਾ ਕਰਨਾ, ਅੱਜ ਆ ਜਾਓ ਜੀ ਤੁਹਾਡੀ ਕੁੜੀ ਦਾ ਫੈਸਲਾ ਕਰਨਾ। ਬੰਦੇ ਬੁਲਾ ਲੈਂਦਾ ਸੀ, ਸਭ ਨੂੰ 5-5 600 ਰੁਪਈਆ ਦੇ ਕੇ ਭਾਜੀ। ਬਸ ਸਾਡੇ ਇੱਕ ਵਾਰੀ ਗਲੇ 'ਚ ਇਹਨੇ ਟੈਗ ਪਾ ਕੇ ਭਾਜੀ ਫੋਟੋਆਂ ਖਿਚਾਈਆਂ, ਕਹਿੰਦਾ ਕਹੋ ਤੁਸੀਂ ਗੁਨੇਗਾਰ ਆ। ਸਾਡੇ ਗਲੇ 'ਚ ਟੈਗ ਪਾਤੇ ਸੀ, ਮੇਰੀ ਮਾਂ ਦੀ ਘਰੇ ਗਲੇ 'ਚ ਸਾਡੇ ਕਹਿੰਦਾ ਫੋਟੋਆਂ। ਹਾਂਜੀ ਨਾ ਦੱਸੋ ਜੀ ਰਜਨੀ, ਐਦਾਂ ਪੁੱਛਦੇ ਸੀ ਭਾਜੀ ਪੁਲਿਸ ਵਾਲੇ। ਇਹ ਬੰਦੇ ਨੇ ਸਾਡੀ ਉਦੋਂ ਵੀ ਬਹੁਤ ਲਾਪਾ ਕੀਤੀ ਭਾਜੀ, ਬਹੁਤ ਕਰਦਾ। ਐਤਕੀ ਨਿਆਂ ਕਰ ਦਿਓ ਮੇਰਾ ਵੀ, ਨਿਆਂ ਕਰ ਦਿਓ, ਬਸ ਤੁਹਾਡੇ ਤੋਂ ਇਹ ਮੰਗ ਕੰਮ ਆਊਗਾ। ਲੈਂਬਰ ਭਾਜੀ ਕੀ ਹੋਇਆ ਅੱਜ ਜਿਹੜਾ ਤੁਹਾਡੇ ਤੇ ਐਲੀਗੇਸ਼ਨ ਲੱਗੇ ਕਿ ਤੁਸੀਂ? ਭਾਜੀ ਕੋਈ ਨਹੀਂ ਯਾਰ, ਬਹੁਤ ਜਦੋਂ ਦਾ ਮੇਰਾ ਵਿਆਹ ਹੋਇਆ ਨਾ, ਮੇਰੀ ਸਾਲੀ ਆ ਜਿਹੜੀਆਂ ਸਾਰੀ ਮੇਰੀ ਵਾਈਫ ਜਾਣੀ, ਉਹਨਾਂ ਦੇ ਅੜਿੱਕੇ ਚੜੀ ਹੋਈ ਆ, ਜੋ ਉਹ ਕਹਿੰਦੇ ਉਹੀ ਕਰੀ ਜਾਂਦੀ। ਮੈਨੂੰ ਆਪ ਦਾ ਪਤਾ ਨਹੀਂ ਕੋਈ, ਹਰ ਘਰ ਦੇ ਵਿੱਚ ਹਰ ਸਹੂਲਤ ਆ, ਬਾਹਰ ਅੰਦਰ ਵੀ ਲੈ ਕੇ ਜਾਂਦਾ, ਸਾਰਾ ਮੇਰੇ ਫੇਸਬੁੱਕ ਤੇ ਪਿਆ। ਲੱਖਾਂ ਰੁਪਏ ਮੈਂ ਖਰਾਬ ਨਹੀਂ ਕੀਤੇ, ਮੈਂ ਆਪਣੇ ਬੱਚਿਆਂ ਤੇ ਲਾਏ, ਮੈਂ ਉਹਨਾਂ ਲਈ ਜਾਨ ਵਾਰ ਸਕਦਾ। ਮੇਰੀ ਕੋਠੀ ਕਿਰਾਏ ਤੇ ਚੜ੍ਹਨੀ ਸੀਗੀ, ਮੈਂ ਲੱਕੀ ਭਾਈ ਨੂੰ ਕਿਹਾ ਕਿ ਧਮਤ ਭਾਜੀ ਆ ਜਿਹਨਾਂ ਨੇ ਪਹਿਲਾਂ ਚੜਾਈ ਸੀ, ਸਰ ਬੰਦ ਜੀ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਠੀ ਕਿਰਾਏ ਤੇ ਚਾੜ ਦਿਓ ਜੀ। ਇਹਨਾਂ ਨੇ ਬੰਦੇ ਨਹੀਂ ਭੇਜੇ, ਬੰਦੇ 4-5 ਅੰਦਰ ਵੜ ਗਏ। ਮੈਂ ਦਫ਼ਤਰ ਬੈਠੇ ਆਪਦੇ ਕੈਮਰੇ 'ਚ ਦੇਖ ਲਿਆ, ਮੈਂ ਵਾਈਫ ਨਾਲ ਗੱਲ ਕੀਤੀ ਵੀ ਇਹ ਕੌਣ ਸੀ, ਕਹਿੰਦੇ ਵੀ ਮੈਨੂੰ ਨਹੀਂ ਪਤਾ।
ਮੈਂ ਕਿਹਾ ਵੀ ਤੁਸੀਂ ਇਹ ਬਿਨਾਂ ਪੁੱਛੇ ਤੋਂ ਨਹੀਂ ਕਰਨਾ ਚਾਹੀਦਾ, ਮੈਨੂੰ ਫੋਨ ਕਰ ਲੈਂਦੇ। ਲੈ ਇੰਨੀ ਗੱਲ ਹੋਈ ਆ, ਮੈਂ ਘਰ ਆਇਆ, ਮੈਂ ਕਿਹਾ ਵੀ ਕਿਉਂ ਕੀਤੀ। ਉਹ ਛੋਟੀ ਮੇਰੇ ਹੱਥੀ ਪੈ ਗਈ, ਸਾਰਿਆਂ ਤੋਂ ਛੋਟੀ ਜਿਹੜੀ ਮੈਂ ਹੱਥੀ ਵਿਆਹ ਕੀਤੇ ਆ ਸਾਰੀਆਂ ਦੇ, ਮੈਂ ਵੱਡਾ 4 ਸਾਲੀਆਂ ਮੇਰੇ ਸਾਰੇ ਦੇ ਵਿਆਹ ਕੀਤੇ ਆ। ਪਰ ਉਹ ਹੁਣ ਗੱਲਾਂ ਹੋਰ ਹੀ ਬਣਾਈ ਜਾਂਦੇ ਆ, ਬਦਨਾਮ ਕਰ ਲਈ, ਤੁਹਾਨੂੰ ਪਤਾ ਹੀ ਆ। ਜੋ ਕੀ ਗੱਲ ਕੀ ਹੋਈ ਤੁਹਾਡੇ ਨੌਂਦਰਾਂ ਨੂੰ ਕੱਪੜੇ ਕੁੱਪੜੇ ਵੀ ਤੁਹਾਡੇ ਫਾੜੇ ਹੋਏ, ਕੌਣ ਕੌਣ ਹੱਥੀ ਪੈ ਗਈਆਂ 3 ਜਣੇ। ਮੈਂ ਤਾਂ ਧੱਕੇ ਨਾਲ ਬਾਹਰ ਕੱਢ ਕੇ ਅੰਦਰੋਂ ਕੁੰਡਾ ਲਾਇਆ, ਪਾਪਾ ਜੀ ਮੇਰੇ ਬਿਮਾਰ ਆ, ਪਾਪਾ ਜੀ ਬਿਮਾਰ ਆ, ਰੋਜ਼ ਹਸਪੀਟਲ ਲੈ ਕੇ ਜਾਂਦਾ। ਰੀਜ਼ਨ ਕੀ ਲੜਾਈ ਝਗੜੇ ਦਾ ਰੀਜ਼ਨ? ਕੁਛ ਵੀ ਨਹੀਂ ਯਾਰ, ਪਹਿਲਾਂ ਤੋਂ ਸ਼ੁਰੂ ਤੋਂ ਲੈ ਕੇ ਮੇਰਾ ਸਾਂਢੂ ਤਾਂ ਮੇਰੀ ਸਾਲੀ ਜਿਹੜੀ ਰਜਨੀ ਤੇ ਬਨੀ ਤੇ ਰੋਮਾ ਜਿਹੜੀ ਸਾਲੀ ਮੇਰੀ ਉਹ ਕੈਨੇਡਾ ਚਲ ਗਿਆ, ਇਹਨਾਂ ਦੀ ਮੈਜੋਰਟੀ ਸੀ। ਮੈਨੂੰ ਕੁਛ ਨਹੀਂ ਦੱਸਦੇ ਸੀ ਕੀ ਹੁੰਦਾ ਕੀ ਨਹੀਂ ਹੁੰਦਾ। ਮੈਂ ਜਦੋਂ ਘਰੋਂ ਚੱਲ ਜਾਂਦੇ ਉਦੋਂ ਇਹ ਆ ਜਾਂਦੀ। ਠੀਕ ਹੈ। ਉਦੋਂ ਇਹ ਆਉਂਦੀਆਂ ਨਹੀਂ, ਮੈਨੂੰ ਬੁਲਾਉਂਦੇ ਨਹੀਂ ਕੋਈ। ਠੀਕ ਹੈ। ਹੁਣ ਮੈਂ ਆਇਆ ਤਾਂ ਸਾਰੇ ਘਰ ਸੀ, ਮੈਂ ਆ ਕੇ ਪੁੱਛਿਆ ਵੀ ਬਿਨਾਂ ਗੱਲ ਤੋਂ ਅੰਦਰ ਨਹੀਂ ਬਾੜੀ ਦੇ ਬੰਦੇ, ਕੋਈ ਕੀ ਪਤਾ ਕੋਈ ਬੱਚੇ ਨੂੰ ਚੱਕ ਕੇ ਲੈ ਜਾ, ਕੋਈ ਅਭੀ ਨਾ ਹੋ ਜਾ। ਇੰਨੀ ਗੱਲ ਕੀਤੀ, ਉਹਨੇ ਮੇਰੇ ਚਪੇੜ ਮਾਰਤੀ ਸਾਰਾ ਛੋਟੀ ਨੇ। ਠੀਕ ਹੈ। ਉਹ ਮੇਰੇ ਹੱਥੀ ਪੈ ਗਿਆ। ਮੈਂ ਸਿਰਫ ਧੱਕੇ ਨਾਲ ਬਾਹਰ ਕੱਢਿਆ। ਮੈਂ ਪਾਪਾ ਜੀ ਨੂੰ ਕਿਹਾ ਤੁਸੀਂ ਇੱਧਰ ਹੋ ਜਾਓ, ਤੁਸੀਂ ਡਿੱਗ ਨਾ ਜਾਓ। ਠੀਕ ਹੈ। ਧੱਕੇ ਨਾਲ ਬਾਹਰ ਕੱਢ ਕੇ ਫਿਰ ਮੈਂ ਅੰਦਰੋਂ ਕੁੰਡਾ ਲਾਇਆ, ਮੈਂ ਆਪਣਾ ਬਚਾਅ ਕੀਤਾ। ਆਹ ਹੀ ਗੱਲ ਆ, ਹੋਰ ਤਾਂ ਕੋਈ ਗੱਲ ਹੀ ਨਹੀਂ। ਠੀਕ ਹੈ ਜੀ। ਉਹ ਤੇ ਇੱਕ ਹੋਰ ਇੱਕ ਸਿਸਟਰ ਕੋਈ ਇਲਾਜ ਕਰਾ ਰਹੀ ਆ ਆਪਣਾ, ਦੂਜੀ ਸਿਸਟਰ ਦੇ ਘਰ ਹੀ ਜੀ। ਉਹ ਮੈਂ ਕੋਠੀ ਦਿਖਾਉਣ ਗਈ ਨੇ ਤੇ ਲੈਂਬਰ ਸੈਨਪੁਰੀ ਨੇ ਮੈਨੂੰ ਮਾਰ ਕੁੱਟਣ ਲਈ ਤੂੰ ਕੌਣ ਮੀਟ ਡੰਡੇ ਨਾਲ ਮਾਰਨ ਲੱਗਾ। ਮੇਰੀ ਭੈਣ ਅੱਗੇ ਹੋ ਗਈ ਤੇ ਭੈਣ ਦੇ ਨਾਲ ਨੇ ਡੰਡੇ ਦੇ ਮਾਰੇ ਸਿਰ ਤੇ ਬਾਹਾਂ ਮੂੰਹਾਂ ਤੇ। ਜਿਹੜੀ ਉਹ ਇਲਾਜ ਵਾਸਤੇ ਚਲੇ ਗਈ ਸਿਵਲ ਹਸਪਤਾਲ ਜੀ, ਜਿੱਦਾਂ ਦਾ ਉਹ ਬਿਆਨ ਲਿਖਾਏਗੀ ਉਹ ਤੇ ਕਾਰਵਾਈ ਕਰੇਗੀ। ਬੱਚਿਆਂ ਦੇ ਵੀ ਐਲੀਗੇਸ਼ਨ ਲਗਾਏ ਨੇ ਕਿ ਸਾਡੇ ਨਾਲ ਵੀ ਮਾਰ ਕੁਟਾਈ ਕਰਦਾ ਹੈ। ਕਿਆ ਐਕਸ਼ਨ ਜਿਹੜਾ ਬੱਚਿਆਂ ਦੇ ਅਲੱਗ ਪਰਚਾ ਦਰਜ ਕਰਾਇਆ ਜਾਏਗਾ ਜਾਂ ਬੱਚਿਆਂ ਦਾ ਸਾਨੂੰ ਬੱਚਿਆਂ ਦਾ ਇਹ ਅਸੀਂ ਜਿਹੜੀ ਹੈਗੀ ਆ ਅੱਜ ਤੱਕ ਨਹੀਂ ਇਹਨੇ ਸਾਨੂੰ ਕੋਈ ਇਦਾਂ ਦੀ ਇਨਫੋਰਮੇਸ਼ਨ ਆਈ, ਨਾ ਕੋਈ ਕਿਸੇ ਨੇ ਨਹੀਂ ਹੁਣੇ ਬੱਚੇ ਬੋਲ ਕੇ ਗਏ ਨੇ ਲਾਈਵ ਵਿੱਚ। ਬੱਚੇ ਬੋਲ ਕੇ ਗਏ। ਆਪਾਂ ਇਹਨਾਂ ਦਾ ਬੱਚੇ ਜੋ ਲਿਖਾਉਂਦੇ ਆ ਇਹ CWC ਦੇ ਆਪਾਂ ਚਿਲਡਰਨ ਵੈਲਫੇਅਰ ਸੁਸਾਇਟੀ ਅਗੋ ਇੱਥੇ ਇਹ ਦੱਸਣ ਜੋ ਕਿ ਜਿਹੜਾ ਮਾਂ ਇਹ ਲਿਖਾਏਗੀ ਵੀ ਬੱਚਿਆਂ ਨੂੰ ਕਰਦਾ, ਕਿਉਂਕਿ ਮਾਂ ਜਿਹੜੀ ਆ ਹੈ ਜਿੰਦੀ ਆ, ਮਾਂ ਬੱਚੇ ਦੇਖ ਰਹੀ ਆ। ਜੇ ਉਹਨੂੰ ਕੋਈ ਅਦਾਲਤੀ ਜਾਂ ਕਾਨੂੰਨੀ ਕਾਰਵਾਈ ਕਰਕੇ ਆਪਣੇ ਬੱਚਿਆਂ ਦੀ ਉਹ ਦੇਖਭਾਲ ਕਰ ਸਕਦੀ ਹੈ। ਜੇ ਬੱਚੇ ਕੋਈ ਬੱਚੇ ਆਪਣੇ ਅੰਦਰ ਹੈ, ਠੀਕ ਹੈ, ਔਰ ਐਲੀਗੇਸ਼ਨ ਗੰਭੀਰ ਹੈ, ਕਿਆ ਉਹਨੂੰ ਤੁਸੀਂ ਹੁਣੇ ਹੀ ਇਸ ਟਾਈਮ ਰਾਉਂਡ ਅਪ ਕਰੋਗੇ ਜਾਂ ਬਾਅਦ ਚ ਕਰੋਗੇ? ਕਿਉਂਕਿ ਹਾਲਾਤ ਜਿਹੜੇ ਆ ਉੱਥੇ ਮੌਕੇ ਤੇ ਤੁਸੀਂ ਅਲੱਗ ਤਰ੍ਹਾਂ ਦੇ ਸਾਨੂੰ ਨਜ਼ਰ ਆ ਰਹੇ ਆ, ਕਿਉਂਕਿ ਪੂਰਾ ਪਰਿਵਾਰ ਜਿਹੜਾ ਸੜਕ ਤੇ ਰੋ ਰਿਹਾ ਸੀ। ਹੋ ਰਿਹਾ ਸੀ ਜਿਹੜਾ ਜਿੱਦਾਂ ਦਾ ਬਿਆਨ ਲਿਖਾਏਗੀ ਉਹਦੇ ਮੁਤਾਬਿਕ ਹੈ ਕੀ ਐਲੀਗੇਸ਼ਨ ਕੀ ਬਣਦਾ, ਕੀ ਗੰਭੀਰ ਹੈ ਜਾਂ ਘਰੇਲੂ ਲੜਾਈ ਹੈ ਜੀ। ਇਹ ਤਾਂ ਜਸਟੀਫਾਈ ਅਸੀਂ ਬਾਅਦ 'ਚ ਕਰਾਂਗੇ। ਇਹ ਜ਼ਿਆਦਾਤਰ ਪਰਿਵਾਰਕ ਮਾਮਲਾ, ਪਰਿਵਾਰ ਦੀ ਲੜਾਈ ਹੈ। ਇਹ ਹੁਣ ਜਿਹੜਾ ਉਹ ਗਈ ਇਹਨਾਂ ਦੀ ਸਿਸਟਰ ਜਿਹੜੀ ਆ ਰੋਜੀ ਦੀ ਸਿਸਟਰ, ਉਹ ਇਲਾਜ ਵਾਸਤੇ ਗਈ ਆ, ਔਰ ਜੋ ਡਾਕਟਰ ਸਾਹਿਬ ML ਕੱਟ ਕੇ ਜੋ ਮਾਮਲਾ ਸਾਹਮਣੇ ਆਏਗਾ ਉਹਦੇ ਮੁਤਾਬਕ ਅਸੀਂ ਜਿਹੜੀ ਕੇਸ ਰਜਿਸਟਰ ਕਰ ਦਿਆਂਗੇ। ਤੁਹਾਨੂੰ ਦੱਸੀ ਕਿ ਲੈਂਬਰ ਹੁਸੈਨਪੁਰੀ